ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੋਪੀ ਨੈ ਗਵਾਲੀਆ ਤੁਧ ਆਪੇ ਗੋਏ ਉਠਾਲੀਆ। ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ। ਨਿਰਮਲ ਜੋਤ ਤਿਨ ਪ੍ਰਾਣੀਆਂ ਵੇ ਚੱਲੈ ਜਨਮ ਸਵਾਰ ਜੀਓ। ਨਿਰਮਲ ਜੋਤ ਤਿਨ ਪ੍ਰਾਣੀਆਂ ਵੇ ਚੱਲੈ ਜਨਮ ਸਵਾਰ ਜੀਓ। ਵਾਹਿਗੁਰੂ। ਇਹ ਪਵਿੱਤਰ ਬਚਨ ਜੋ ਪਿਛਲੇ ਕਈ ਦਿਨਾਂ ਤੋਂ ਲੈ ਕਰਕੇ ਆਪਾਂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਸ਼ਬਦ ਆਰੰਭ ਕੀਤਾ ਸੀ। ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ। ਤੇਰਾ ਅੰਤ ਨ ਪਾਇਆ ਸੁਰਗ ਮਛ ਪਿਆਲ ਜੀਓ। ਇਸ ਸ਼ਬਦ ਦਾ 22ਵਾਂ ਪਦਾ ਆਪ ਜੀ ਨੇ ਸਰਵਣ ਕੀਤਾ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਪਰਮੇਸ਼ਰ ਦੀ ਵਡਿਆਈ ਸਿਫਤ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਸੰਸਾਰ ਦੀਆਂ ਅਨੇਕਾਂ ਉਦਾਹਰਨਾਂ ਦੇ ਕਰਕੇ ਕਿ ਪਰਮੇਸ਼ਰ ਤੂੰ ਹੀ ਜੋਗੀਆਂ ਵਿੱਚ ਜੋਗੀ ਹੈ ਤੇ ਤੂੰ ਹੀ ਗ੍ਰਸਤੀਆਂ ਵਿੱਚ ਭੋਗੀਆਂ ਵਿੱਚ ਭੋਗੀ ਹੈ। ਔਰ ਅੱਜ ਦੇ ਪਦੇ ਵਿੱਚ ਕੀ ਬਖਸ਼ਿਸ਼ ਕਰਦੇ ਹਨ ਕਿ ਤੂੰ ਹੀ ਗੋਪੀ ਹੈ, ਤੂੰ ਹੀ ਕ੍ਰਿਸ਼ਨ ਹੈ, ਤੂੰ ਹੀ ਜਮਨਾ ਹੈ, ਤੂੰ ਹੀ ਗੋਵਰਧਨ ਪਹਾੜੀ ਹੈ। ਇਹ ਸਾਰੇ ਤੇਰੇ ਰੂਪ ਹਨ। ਜਿਵੇਂ ਚੌਪੀ ਸਾਹਿਬ ਦਾ ਬਚਨ ਹੈ, ਕਹੂੰ ਫੂਲ ਰਾਜਾ ਹੋਇ ਬੈਠਾ, ਕਹੂੰ ਸਿਮਟ ਪਇਓ ਸ਼ੰਕਰ ਇਕੱਠਾ। ਗੋਪੀ ਨੈ ਗਵਾਲੀਆ। ਗੋਪੀ ਭਾਵ ਗੋਕਲ ਦੀ ਸੰਗਤ। ਮਥੁਰਾ ਬਿੰਦਰਾਬਨ ਦੇ ਲੋਕ ਆਪਾਂ ਸੰਗਤ ਕਹਿੰਦੇ ਆ, ਉਹ ਗੋਪੇ ਗੋਪੀਆਂ ਕਹਿੰਦੇ ਆ। ਜਿਹੜੇ ਗੋਕਲ ਦੇ ਲੋਕ ਹਨ ਉਹਨਾਂ ਵਿੱਚ ਵੀ ਤੂੰ ਹੈ। ਨੈ ਭਾਵ ਨਦੀ, ਉੱਥੇ ਇੱਕ ਨਦੀ ਵਗਦੀ ਹੈ ਜਮਨਾ, ਉਹ ਜਮਨਾ ਵੀ ਤੂੰ ਹੈ। ਗਵਾਲੀਆ ਗਵਾਲਾ ਕ੍ਰਿਸ਼ਨ ਵੀ ਤੂੰ ਹੈ। ਤੁਧ ਆਪੇ ਗੋਏ ਉਠਾਲੀਆ। ਗੋਏ ਹੁੰਦੀ ਹੈ ਸ੍ਰਿਸ਼ਟੀ, ਤੇ ਸ੍ਰਿਸ਼ਟੀ ਨੂੰ ਆਪ ਹੀ ਤੂੰ ਚੱਕ ਕੇ ਰੱਖਣ ਵਾਲਾ ਹੈ। ਆ ਤੁਹਾਡੇ ਸਰੀਰ ਹੈ ਜਿਹੜੇ 50-50, 60-60, 70 ਕਿਲੋ ਦੇ, ਇਹਨਾਂ ਨੂੰ ਕ੍ਰਿਸ਼ਨ ਚੱਕੀ ਫਿਰਦਾ। ਕਹੋ ਸਤਿਨਾਮ ਆਪਣੇ ਸਵਾਸ ਦੇ ਉੱਤੇ। ਜਿਹੜਾ ਸਵਾਸ ਹੈ ਨਾ, ਕ੍ਰਿਸ਼ਨ ਹੈ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਉੱਥੇ ਪ੍ਰਤੱਖ ਰੂਪ ਦੇ ਵਿੱਚ ਗੋਵਰਧਨ ਪਹਾੜ ਨੂੰ ਕਹਿੰਦੇ ਚੀਚੀ ਦੇ ਉੱਤੇ ਚੱਕਿਆ ਕ੍ਰਿਸ਼ਨ ਨੇ, ਉਂਗਲ ਤੇ ਚੱਕਿਆ। ਕਦੋਂ? ਜਦੋਂ ਸਾਰੇ ਗੋਕਲ ਵਾਸੀ, ਮਥੁਰਾ ਬਿੰਦਰਾਬਨ ਇਲਾਕੇ ਦੇ ਲੋਕ, ਗੋਕਲ ਦੇ ਵਾਸੀ ਕ੍ਰਿਸ਼ਨ ਜੀ ਨੂੰ ਪੂਜਣ ਲੱਗੇ। ਪਹਿਲਾਂ ਉੱਥੋਂ ਦੇ ਲੋਕ ਇੰਦਰ ਦੀ ਪੂਜਾ ਕਰਦੇ ਸੀ ਮੀਂਹ ਆਦਿ ਵਾਸਤੇ। ਹੁਣ ਉੱਥੇ ਕ੍ਰਿਸ਼ਨ ਜੀ ਦਾ ਅਵਤਾਰ ਹੋ ਗਿਆ ਤੇ ਉਹ ਕ੍ਰਿਸ਼ਨ ਜੀ ਨੂੰ ਪੂਜਣ ਲੱਗੇ। ਸਾਰੇ ਦੇਵੀ ਦੇਵਤੇ ਛੱਡ ਦਿੱਤੇ। ਇਹਨਾਂ ਵਿੱਚੋਂ ਇੰਦਰ ਜਿਹੜਾ ਉਹ ਗੁੱਸੇ ਹੋ ਗਏ, ਕਹਿੰਦਾ ਮੈਂ ਮੀਂਹ ਪਾਉਣਾ, ਮੇਰੀ ਕੋਈ ਪੂਜਾ ਨਹੀਂ ਕਰਦਾ।
ਔਰ ਗੋਕਲ ਵਾਲਿਆਂ ਨੂੰ ਦੁੱਖ ਦੇਣ ਵਾਸਤੇ ਦੁਬਾਰਾ ਆਪਣੇ ਮਗਰ ਲਾਉਣ ਵਾਸਤੇ ਉਹਨੇ ਇੱਕ ਦਿਨ ਹੜ੍ਹ ਲਿਆ ਦਿੱਤਾ, ਮੀਂਹ ਵਰਾਉਣਾ ਸ਼ੁਰੂ ਕੀਤਾ। ਕਹਿੰਦਾ ਮੈਂ ਸਾਰੇ ਗੋਕਲ ਨੂੰ ਡੋਬ ਦੇਵਾਂਗਾ, ਤੁਸੀਂ ਮੈਨੂੰ ਛੱਡ ਕੇ ਕ੍ਰਿਸ਼ਨ ਨੂੰ ਪੂਜਦੇ ਹੋ। ਔਰ ਜਦੋਂ ਮੀਂਹ ਬਹੁਤ ਜ਼ਿਆਦਾ ਪੈਣ ਲੱਗਿਆ ਤੇ ਗੋਕਲ ਵਾਸੀਆਂ ਨੇ ਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸਾਨੂੰ ਬਚਾਓ। ਕਹਿਣ ਲੱਗੇ ਠੀਕ ਆ। ਉੱਥੇ ਗੋਵਰਧਨ ਨਾਮ ਦਾ ਪਹਾੜ ਹੈ, ਉਸ ਨੂੰ ਛਤਰੀ ਦੀ ਨਿਆਈ ਆਪਣੀ ਉਂਗਲ ਤੇ ਰੱਖ ਲਿਆ ਤੇ ਸਾਰੇ ਗੋਕਲ ਵਾਸੀਆਂ ਨੂੰ ਪਹਾੜ ਦੇ ਹੇਠਾਂ ਕਰ ਦਿੱਤਾ। ਤੇ ਕਹਿੰਦੇ ਇੰਦਰ ਮੀਂਹ ਪਾ ਪਾ ਕੇ ਥੱਕ ਗਿਆ, ਪਰ ਉਹ ਗੋਕਲ ਵਾਸੀਆਂ ਨੂੰ ਰੋੜ ਨਹੀਂ ਸਕਿਆ ਤੇ ਉਹਦਾ ਪਾਣੀ ਜਿਹੜਾ ਸਿੱਧਾ ਨਦੀ ਦੇ ਵਿੱਚ ਜਾਂਦਾ ਰਿਹਾ, ਜਮਨਾ ਵਿੱਚ ਪਈ ਗਿਆ। ਥੱਕ ਹਾਰ ਕੇ ਫਿਰ ਉਹਨੇ ਮਾਫੀ ਮੰਗੀ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਇੱਥੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਕ੍ਰਿਸ਼ਨ ਵੀ ਤੂੰ ਹੈ, ਦੁਨੀਆ ਨੂੰ ਆਪਣੀ ਉਂਗਲ ਭਾਵ ਸਵਾਸ ਉੱਤੇ ਚੱਕਿਆ ਹੋਇਆ। ਜਦੋਂ ਸਾਡੇ ਵਿੱਚੋਂ ਸਵਾਸ ਨਿਕਲ ਜਾਂਦਾ ਫਿਰ ਸਾਡੇ ਸਰੀਰ ਨੂੰ 4 ਬੰਦੇ ਵੀ ਮਸਾਂ ਚੱਕਦੇ ਆ, ਜਿਹਨੂੰ ਹੁਣ ਅਸੀਂ ਇਕੱਲੇ ਚੱਕੀ ਫਿਰਦੇ ਆ। ਇੰਨਾ ਭਾਰੀ ਹੋ ਜਾਂਦਾ ਹੈ। ਤਾਂ ਇਸ ਸਰੀਰ ਨੂੰ ਕਿਹਨੇ ਚੱਕਿਆ ਹੋਇਆ ਹੈ? ਤੁਧ ਆਪੇ ਗੋਏ ਉਠਾਲੀਆ, ਸ੍ਰਿਸ਼ਟੀ ਨੂੰ ਤੂੰ ਹੀ ਚੱਕੀ ਫਿਰਦਾ ਹੈ। ਭਾਵ ਸ਼ਾਇਦ ਸੰਸਾਰ ਨੂੰ ਪਤਾ ਜਾਂ ਨਹੀਂ ਪਤਾ, ਪਰ ਗੁਰਬਾਣੀ ਦੱਸਦੀ ਹੈ ਕਿ ਕ੍ਰਿਸ਼ਨ ਦੇ 2 ਰੂਪ ਬਣਾਏ ਹੋਏ ਹੈ, ਕਾਲਾ ਤੇ ਗੋਰਾ। ਜੇ ਤੁਸੀਂ ਮਥੁਰਾ ਬਿੰਦਰਾਵਨ ਵਿੱਚ ਕਦੇ ਜਾਓ ਨਾ, ਉੱਥੇ ਕ੍ਰਿਸ਼ਨ ਦੇ ਮੰਦਿਰਾਂ ਵਿੱਚ ਉਹਨਾਂ ਦੀ ਮੂਰਤੀ ਲੱਗੀ ਹੋਈ ਹੈ। ਇੱਕ ਗੋਰੇ ਰੰਗ ਦੀ ਹੈ, ਭਾਵ ਸੋਹਣੇ ਰੰਗ ਦੀ ਹੈ, ਇੱਕ ਕਾਲੇ ਰੰਗ ਦੀ ਹੈ, ਜਮਾ ਕਾਲੇ ਰੰਗ ਦੀ। ਇਹ 2 ਰੰਗ ਕਿਉਂ ਬਣਾਏ? ਕ੍ਰਿਸ਼ਨ ਤਾਂ ਇੱਕੋ ਹੀ ਹੈ। ਅਸਲ ਦੇ ਵਿੱਚ ਇਹ ਜਿਹੜਾ ਸਵਾਸ ਹੈ ਨਾ, ਹਵਾ ਜਿਹੜੀ, ਇਹਦੇ 2 ਰੂਪ ਹੈ, ਇੱਕ ਕਾਰਬਨ ਡਾਈਆਕਸਾਈਡ ਤੇ ਇੱਕ ਆਕਸੀਜਨ। ਆਕਸੀਜਨ ਗੋਰੀ ਹੈ, ਕਾਰਬਨ ਡਾਈਆਕਸਾਈਡ ਕਾਲੀ ਹੈ। ਇਸ ਕਰਕੇ ਕ੍ਰਿਸ਼ਨ ਦੇ 2 ਰੂਪ ਦਿਖਾਏ ਗਏ ਆ ਬਾਹਰ ਦੁਨੀਆ ਵਿੱਚ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੋ ਬਾਹਰੀ ਤੌਰ ਤੇ ਉਸ ਦਾ ਕਾਲਾ ਰੂਪ ਵੀ ਦਿਖਾਇਆ ਗਿਆ, ਜੋ ਆਕਸੀਜਨ ਸਾਡੀ ਅੰਦਰੋਂ ਬਾਹਰ ਨਿਕਲਦੀ ਹੈ, ਉਹ ਕਾਰਬਨ ਡਾਈਆਕਸਾਈਡ ਬਣ ਕੇ ਨਿਕਲਦੀ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਹੇ ਪਰਮੇਸ਼ਰ, ਤੂੰ ਹੀ ਸ੍ਰਿਸ਼ਟੀ ਹੈ, ਤੂੰ ਹੀ ਗਵਾਲਾ ਕ੍ਰਿਸ਼ਨ ਹੈ, ਔਰ ਤੂੰ ਹੀ ਜਮਨਾ ਨਦੀ ਦੇ ਵਿੱਚ ਵਹਿ ਰਿਹਾ ਪਾਣੀ ਹੈ। ਤੁਧ ਆਪੇ ਗੋਏ ਉਠਾਲੀਆ, ਹੁਕਮੀ ਭਾਂਡੇ ਸਾਜਿਆ। ਤੂੰ ਆਪਣੇ ਹੁਕਮ ਦੇ ਅੰਦਰ ਹੀ ਇਹ ਸ੍ਰਿਸ਼ਟੀ ਰੂਪੀ ਸਰੀਰਾਂ ਨੂੰ ਬਣਾਉਣਾ ਕੀਤਾ। ਆਪੇ ਭਾਂਡੇ ਸਾਜੀਏ ਨੇ, ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਹੈ, ਕਚੁੱਲੇ ਰਹਿਣ ਚੜੇ। ਤੂੰ ਆਪ ਹੀ ਇਹਨਾਂ ਭਾਂਡਿਆਂ ਨੂੰ ਬਣਾਉਣਾ ਕੀਤਾ ਹੈ ਤੇ ਆਪ ਹੀ ਇਹਨਾਂ ਵਿੱਚ ਇਹਨਾਂ ਨੂੰ ਬੈਠਾ ਭੋਗ ਰਿਹਾ ਹੈ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਨਹਾਰਾ। ਆਪੇ ਦੇਖੈ, ਆਪੇ ਬੂਝੈ, ਆਪੇ ਹੈ ਬਣਜਾਰਾ। ਔਰ ਇਸ ਦਾ ਦੂਸਰਾ ਅਰਥ ਇਹ ਵੀ ਬਣਦਾ ਹੈ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਕ੍ਰਿਸ਼ਨ ਰੂਪ ਦੇ ਵਿੱਚ ਸਾਡੇ ਸਵਾਸਾਂ ਵਿੱਚ ਰਮਿਆ ਹੋਇਆ ਹੈ, ਜਿਹੜੀਆਂ ਸਾਡੀਆਂ ਇੰਦਰੀਆਂ ਹਨ ਇਹ ਗੋਪੀਆਂ ਹਨ। 9 ਇੰਦਰੀਆਂ, ਗਿਆਨ ਇੰਦਰੇ, ਕਰਮ ਇੰਦਰੇ, ਇਹ ਸਾਰੀਆਂ ਗੋਪੀਆਂ ਹਨ ਸਰੀਰ ਦੀਆਂ। ਔਰ ਇਹਨਾਂ ਦੇ ਕੋਲ ਹੀ ਆਸਾ ਤ੍ਰਿਸ਼ਨਾ ਦੀ ਨਦੀ ਵਗਦੀ ਹੈ। ਔਰ ਮਨ ਆਦਿਕ ਸਰੀਰ ਰੂਪੀ ਗੋਏ ਬਾਜੀ ਨੂੰ ਪਰਮੇਸ਼ਰ ਰੂਪੀ ਕ੍ਰਿਸ਼ਨ ਨੇ ਆਪਣੀ ਸਤਾ ਦੇ ਆਸਰੇ ਚੱਕਿਆ ਹੋਇਆ। ਸਤਾ ਹੁੰਦੀ ਹੈ ਤਾਕਤ। ਪਰਮੇਸ਼ਰ ਨੇ ਆਪਣੀ ਸਤਾ ਦੇ ਆਸਰੇ ਸ੍ਰਿਸ਼ਟੀ ਨੂੰ ਉਠਾਇਆ ਹੋਇਆ ਹੈ। ਗੋਪੀਆਂ ਦੀ ਨਿਆਈ ਬਿਰਤੀਆਂ ਨਦੀ ਦੀ ਨਿਆਈ ਭਗਤੀ ਦੇ ਪ੍ਰਵਾਹ ਵਿੱਚ ਲਾ ਦਿੱਤੀਆਂ।
ਜਿਵੇਂ ਜਮਨਾ ਵਗਦੀ ਹੈ, ਜਿੱਥੇ ਸਾਡੀ ਸੁਰਤ ਬਾਹਰ ਜਾ ਰਹੀ ਸੀ ਉੱਥੇ ਹੁਣ ਤੂੰ ਕਿਰਪਾ ਕਰਕੇ ਇਹਨਾਂ ਇੰਦਰੀਆਂ ਨੂੰ ਭਗਤੀ ਦੇ ਪ੍ਰਵਾਹ ਵਿੱਚ ਚਲਾ ਦਿੱਤਾ ਹੈ। ਔਰ ਗਵਾਲਿਆਂ ਦੀ ਬਿਰਤੀ ਬ੍ਰਹਮਕਾਰ ਹੋਈ ਹੈ, ਉਹਨਾਂ ਦੇ ਅੰਦਰੋਂ ਤੂੰ ਆਪੇ ਸੰਸਾਰ ਦੀ ਬਾਜੀ ਨੂੰ ਉਠਾ ਦਿੱਤਾ, ਭਾਵ ਵਿਕਾਰਾਂ ਨੂੰ ਕੱਢ ਦਿੱਤਾ ਹੈ। ਇਹ ਬਾਜੀ ਇੱਕ ਤਮਾਸ਼ਾ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਈ ਇਸ ਤਮਾਸ਼ੇ ਵਿੱਚ ਉਲਝ ਗਏ ਤੇ ਕਈਆਂ ਨੂੰ ਤਮਾਸ਼ੇ ਤੋਂ ਬਾਹਰ ਕੱਢ ਕੇ ਵੇਖਣ ਦਾ ਢੰਗ ਦਿਖਾਤਾ। ਕਈ ਲੋਕ ਦੁਨੀਆ ਨੂੰ ਇੱਦਾਂ ਵੇਖਦੇ ਆ ਜਿਵੇਂ ਤੁਸੀਂ ਟੈਲੀਵਿਜ਼ਨ ਦੇਖਦੇ ਹੋ, ਫਿਲਮ ਦੇਖਦੇ ਹੋ, ਤੇ ਉਸ ਟੈਲੀਵਿਜ਼ਨ ਜਾਂ ਫਿਲਮ ਦੇ ਵਿੱਚ ਬਹੁਤ ਸਾਰੇ ਮਰਦੇ ਆ, ਬੜੇ ਜੰਮਦੇ ਆ, ਸਾਨੂੰ ਕੋਈ ਖੁਸ਼ੀ ਗਮੀ ਨਹੀਂ ਹੁੰਦੀ। ਕਈ ਮਰ ਵੀ ਜਾਂਦੇ ਆ ਨਾ ਫਿਲਮ ਵਿੱਚ, ਪਰ ਸਾਨੂੰ ਉਸ ਬਾਰੇ ਤਾਂ ਗਿਆਨ ਹੈ ਵੀ ਇਹ ਮਰੇ ਨਹੀਂ, ਵੈਸੇ ਐਵੇਂ ਹੀ ਹੈ, ਖੇਡ ਬਣਾਈ ਹੈ। ਪਰ ਸੰਸਾਰੀ ਤੌਰ 'ਤੇ ਜਦੋਂ ਕੋਈ ਮਰਦਾ ਉਦੋਂ ਅਸੀਂ ਰੋਂਦੇ ਹਾਂ, ਕਿਉਂਕਿ ਅਸੀਂ ਤਮਾਸ਼ੇ ਦੇ ਵਿੱਚ ਮਿਕਸ ਹੋ ਗਏ ਹਾਂ। ਤੇ ਜਿਨ੍ਹਾਂ ਬ੍ਰਹਮ ਗਿਆਨੀਆਂ ਨੂੰ ਇਹ ਗਿਆਨ ਕਰਾਤਾ, ਉਹ ਕਹਿੰਦੇ ਇਹ ਮਰਿਆ ਨਹੀਂ ਗਏ, ਵੀ ਐਵੇਂ ਹੀ ਆ, ਕੋਈ ਸਤਨਾਮ, ਨਾ ਇਹ ਜੰਮਿਆ ਨਾ ਇਹ ਮਰਿਆ। ਇਹ ਵੀ ਇੱਕ ਪਰਮੇਸ਼ਰ ਦੀ ਬਾਜੀ ਹੈ, ਫਿਲਮ ਹੈ, ਖੇਡ ਹੈ। ਤੇ ਅਕਾਲ ਪੁਰਖ ਨੇ ਗਵਾਲਿਆਂ ਦੀਆਂ ਨਿਆਈ ਸਾਡੀਆਂ ਬਿਰਤੀਆਂ ਨੂੰ, ਜੋ ਸਾਡੀ ਬਿਰਤੀ ਵਿਕਾਰਾਂ ਵਿੱਚ ਬਹਿ ਰਹੀ ਸੀ, ਜਗਿਆਸੂ ਦੇ ਅੰਦਰੋਂ ਲੈ ਕਰ ਦਿੱਤੇ ਆ ਵਿਕਾਰ, ਅਤੇ ਮਨ ਵਿੱਚੋਂ ਭੋਗਣ ਦੀ ਬਾਜੀ ਖਤਮ ਹੋ ਗਈ। ਹੁਣ ਜਗਿਆਸੂ ਦੇ ਹਿਰਦੇ ਵਿੱਚ ਕੇਵਲ ਤੇ ਕੇਵਲ ਹਰੀ ਦਾ ਨਾਮ ਚੱਲਦਾ ਹੈ। ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜਿਓ। ਤੇਰੇ ਹੁਕਮ ਦੇ ਅੰਦਰ ਹੀ ਸਾਰੀ ਸ੍ਰਿਸ਼ਟੀ ਬਣੀ ਹੈ, ਤੇਰੇ ਹੁਕਮ ਦੇ ਅੰਦਰ ਹੀ ਬਣਦੀ ਹੈ ਤੇ ਹੁਕਮ ਦੇ ਅੰਦਰ ਹੀ ਭੰਨੀ ਜਾਂਦੀ ਹੈ। ਜਿਵੇਂ ਕਿ ਘੁਮਿਆਰ ਭਾਂਡੇ ਬਣਾਉਂਦਾ, ਕਈ ਫੁੱਟ ਜਾਂਦੇ ਹੈ, ਕਈ ਕਾਮਯਾਬ ਹੋ ਜਾਂਦੇ ਹੈ, ਅੱਗੇ ਚੱਲ ਕੇ ਉਹਨਾਂ ਨੂੰ ਖਰੀਦਣ ਵਾਲੇ ਖਰੀਦ ਕੇ ਲੈ ਜਾਂਦੇ ਹੈ। ਕਈਆਂ ਦੇ ਵਿੱਚ ਚੰਗੀ ਵਸਤੂ ਪੈਂਦੀ ਹੈ, ਕਈਆਂ ਵਿੱਚ ਮਾੜੀ ਪੈਂਦੀ ਹੈ। ਆਪੇ ਭਾਂਡੇ ਸਾਜੀਆਂ, ਆਪੇ ਪੂਰਨ ਦੇ, ਆਪੇ ਭਾਂਡੇ ਬਣਾਏ, ਆਪੀ ਉਹਨਾਂ ਨੂੰ ਭਰਿਆ। ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਉਹ ਰਿੜਕਣੇ ਜਿਨ੍ਹਾਂ ਵਿੱਚ ਠੰਡਾ ਦੁੱਧ ਹੁੰਦਾ ਹੈ, ਤੇ ਇੱਕ ਉਹ ਤੌੜੀਆਂ ਜਿਹੜੀਆਂ ਹਾਰੇ ਵਿੱਚ ਪਈਆਂ ਰਹਿੰਦੀਆਂ। ਇਵੇਂ ਸਾਡਾ ਬੰਦਿਆਂ ਦਾ ਹਾਲ ਹੈ। ਇੱਕ ਠੰਡੇ ਦੁੱਧ ਦੀ ਨਿਆਈ ਸ਼ਾਂਤ ਰਹਿੰਦੇ ਹੈ, ਤੇ ਇੱਕ ਉਬਲਦੇ ਦੀ ਨਿਆਈ ਸਾਰਾ ਕ੍ਰੋਧ ਦੇ ਹਾਰੇ ਵਿੱਚ ਚੜੇ ਰਹਿੰਦੇ ਆ, ਵੜੇ ਰਹਿੰਦੇ ਆ। ਕੋ ਸਤਨਾਮ ਸ੍ਰੀ। ਇਸ ਕਰਕੇ ਮਨੁੱਖਾਂ ਦੀ ਗਾਂ ਉਦਾਹਰਨ ਦੇਤੀ, ਤੌੜਿਆਂ ਦੀ ਉਦਾਹਰਨ ਦੇ ਕੇ ਗਾਂ ਬੰਦੇ ਉਦਾਹਰਨ ਦੇਤੀ। ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਇੱਕ ਪੋਲੇ ਬੈੱਡ ਤੇ ਲੰਮੇ ਪੈਣ, ਇੱਕ ਉੱਪਰ ਰਹਿਣ ਖੜੇ, ਇੱਕ ਉੱਤੇ ਖੜੇ ਪੱਖਾ ਕਰੀ ਜਾਂਦੇ ਆ। ਕੋ ਸਤਨਾਮ ਸ੍ਰੀ। ਤਿਨਾ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਤੇ ਇਹਨਾਂ ਵਿੱਚੋਂ ਵੀ ਤੀਜਾ ਕੌਣ ਹੈ? ਇਹਨਾਂ ਵਿੱਚੋਂ ਤੀਜਾ ਉਹ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਦ੍ਰਿਸ਼ਟੀ ਹੋ ਗਈ, ਉਹਨਾਂ ਨੂੰ ਸਵਾਰ ਕੇ ਆਪਣੇ ਵਿੱਚ ਮਿਲਾ ਲਿਆ। ਕੋ ਸਤਨਾਮ ਸ੍ਰੀ। ਹੁਕਮੇ ਭਾਂਡੇ ਸਾਜਿਆ, ਤੇਰੇ ਹੁਕਮ ਅੰਦਰ ਇਹ ਸਰੀਰ ਬਣੇ। ਆਪੇ ਭੰਨ, ਕਈਆਂ ਨੂੰ ਭੰਨ ਦਿੰਦਾ ਹੈ, ਕਈਆਂ ਨੂੰ ਬਣਾ ਦਿੰਦਾ ਹੈ। ਸਵਾਰ ਜੀਓ, ਤੇ ਕਈਆਂ ਨੂੰ ਸਵਾਰ ਕੇ ਕਿਵੇਂ ਸਵਾਰਿਆ? ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਿੰਗਾਰ ਕੀਤਾ ਸਾਡਾ, ਸੁੰਦਰ ਦਸਤਾਰ, ਸੁੰਦਰ ਕੇਸ, ਦਾੜਾ, ਸਾਵਰ ਸੂਰ ਤੇ ਦਾਤਾਂ ਬਖਸ਼ੀਆਂ। ਕੁਝ ਸਮਾਂ ਸੀਗਾ ਜਦ ਮੁਗਲਾਂ ਦਾ ਰਾਜ ਸੀਗਾ, ਤੇ ਹਿੰਦੁਸਤਾਨ ਦੇ ਲੋਕ ਨਾ ਘੋੜੇ ਤੇ ਚੜ੍ਹ ਸਕਦੇ ਸੀ, ਨਾ ਕੇਸ ਰੱਖ ਸਕਦੇ ਸੀ, ਨਾ ਪੱਗ ਬੰਨ੍ਹਦੇ ਸੀ। ਬੰਨ੍ਹਣ ਦਾ ਹੁਕਮ ਨਹੀਂ ਸੀ ਮੁਸਲਮਾਨਾਂ ਵੱਲੋਂ ਉਹਨਾਂ ਨੂੰ। ਉਦੋਂ ਪਹਿਲਾਂ ਬ੍ਰਾਹਮਣਾਂ ਨੇ ਵੀ ਬੜਾ ਅਤਿਆਚਾਰ ਕੀਤਾ ਹਿੰਦੁਸਤਾਨ ਦੇ ਲੋਕਾਂ 'ਤੇ। ਜਿਹੜੇ ਆਦੀਵਾਸੀ ਸਨ, ਉਹਨਾਂ ਨੂੰ ਕਿਹਾ ਕਿ ਗਲ ਵਿੱਚ ਕੁੱਜਾ ਪਾ ਕੇ ਰੱਖੋ, ਧਰਤੀ 'ਤੇ ਨਹੀਂ ਥੁੱਕਣਾ, ਇੱਥੋਂ ਬ੍ਰਾਹਮਣਾਂ ਨੇ ਟੱਪਣਾ। ਕੋ ਸਤਨਾਮ ਸੀ। ਪਿੱਛੇ ਆਪਦੇ ਇੱਕ ਝਾੜੀ ਬੌਕਰ ਬੰਨ੍ਹ ਕੇ ਰੱਖੋ, ਤੁਹਾਡੀਆਂ ਪੈੜਾਂ ਨਾ ਰਹਿਣ, ਮਿਟਦੀਆਂ ਜਾਣ। ਫਿਰ ਤੁਰਕਾਂ ਦਾ ਸਮਾਂ ਆਇਆ, ਉਹਨਾਂ ਨੇ ਵੀ ਇਹੀ ਕੁਛ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ,
ਛੇਵੇਂ ਪਾਤਸ਼ਾਹ ਜੀ ਕਹਿੰਦੇ ਮੇਰਾ ਜਿਹੜਾ ਸਿੱਖ ਹੈ ਉਹ ਘੋੜ ਸਵਾਰ ਵੀ ਕਰੇਗਾ, ਉਹ ਪੱਗ ਵੀ ਬੰਨੇਗਾ, ਉਹ ਸਾਬਤ ਸੂਰਤ ਵੀ ਹੋਵੇਗਾ, ਉਹ ਸ਼ਾਹੀ ਠਾਠਣਾ ਰਹੇਗਾ, ਕਿਹੜਾ ਰੋਕਣ ਵਾਲਾ, ਕੋ ਸਤਨਾਮ। ਇਹ ਦਾਤਾਂ ਸਾਰੀਆਂ ਗੁਰੂ ਸਾਹਿਬ ਨੇ ਦਿੱਤੀਆਂ, ਇਹਨੂੰ ਕਹਿੰਦੇ ਹੈ ਸਵਾਰਨਾ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਿੱਖ ਨੂੰ ਜਾਂ ਮਨੁੱਖ ਨੂੰ ਅੰਦਰੋਂ ਸਵਾਰਿਆ ਗਿਆ, ਅੰਦਰੋਂ ਗਿਆਨ ਦਿੱਤਾ ਗਿਆ। ਇਹਦੇ ਭਰਮ ਭੁਲੇਖੇ ਕਰਮਕਾਂਡ ਬਾਹਰ ਕੱਢ ਕੇ ਇਹਨਾਂ ਨੂੰ ਇੱਕ ਝੰਡੇ ਥੱਲੇ ਇਕੱਠਾ ਕੀਤਾ ਗਿਆ। ਫਿਰ ਇਹਨਾਂ ਨੂੰ ਸਵਾਰਦਿਆਂ 10ਵੇਂ ਜਾਮੇ ਦਾ ਸਮਾਂ ਆਇਆ ਅਤੇ 10ਵੇਂ ਪਾਤਸ਼ਾਹ ਨੇ ਇਹਦੇ ਵਿੱਚੋਂ ਤਾਕਤ ਭਰ ਦਿੱਤੀ। ਅੰਮ੍ਰਿਤ ਦੀ ਘੁੱਟ ਦੇ ਕੇ ਅੰਦਰ ਤਾਕਤ ਭਰਤੀ, ਬਾਹਰੋਂ ਸ਼ਸਤਰ ਧਾਰੀ ਕਰਤਾ, 5 ਕਕਾਰ ਦੇ ਦਿੱਤੇ, ਸਾਬਤ ਸੂਰਤ ਕਰਤਾ, ਦਸਤਾਰ ਬੰਨ੍ਹਣ ਦਾ ਹੁਕਮ ਦਿੱਤਾ ਹਮੇਸ਼ਾ। ਤਾਂ ਇਸ ਤਰ੍ਹਾਂ ਸਾਨੂੰ ਰਾਜੇ ਬਣਾ ਦਿੱਤਾ। ਖਾਲਸਾ ਮੇਰੋ ਰੂਪ ਹੈ ਖਾਸ, ਇੱਥੇ ਨਹੀਂ ਛੱਡਿਆਗਾ, ਸਿੱਖ ਨੂੰ ਆਪ ਦਾ ਰੂਪ ਦੇ ਦਿੱਤਾ, ਕਹਿ ਦਿੱਤਾ ਕਿ ਇਹ ਪਰਮੇਸ਼ਰ ਦਾ ਰੂਪ ਹੈ, ਮਨੁੱਖਾ ਜਾਮਾ ਜਿਹੜਾ, ਇਹਨੂੰ ਸੰਭਾਲ ਕੇ ਰੱਖੋ, ਇਹਦਾ ਗਿਆਨ ਦਿੱਤਾ। ਧੰਨ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਦੀ ਸਿਫਤ ਕਰਦੇ ਕਹਿ ਰਹੇ ਹਨ, ਤੂੰ ਆਪ ਹੀ ਇਹਨਾਂ ਭਾਂਡਿਆਂ ਨੂੰ ਸਵਾਰਨ ਵਾਲਾ, ਜਿਵੇਂ ਕੋਈ ਬੀਬੀ ਕਿਸੇ ਖਾਸ ਬਰਤਨ ਨੂੰ, ਖਾਸ ਵਸਤੂ ਨੂੰ ਐ ਪੂੰਝ ਰੱਖਦੀ ਹੈ ਸਾਫ਼ ਕਰ ਕਰਕੇ, ਜਿਹੜੀ ਉਹਦੇ ਮਨ ਨੂੰ ਭਾ ਗਈ, ਜਿਹੜਾ ਭਾਂਡਾ ਉਹਨੂੰ ਚੰਗਾ ਲੱਗਦਾ। ਕਈ ਤਾਂ ਇੱਦਾਂ ਦੇ ਵੀ ਘਰ ਹੈ ਜਿਹੜੇ ਕਹਿਣਗੇ ਆ ਸਾਡੇ ਬਜ਼ੁਰਗਾਂ ਦੀ ਵਸਤੂ ਆ, ਵੀ ਇਹ ਤਾਂ ਮੈਂ ਸੰਭਾਲ ਕੇ ਰੱਖੂੰਗੀ, ਇਹ ਮੇਰੀ ਮਾਂ ਦੀ ਨਿਸ਼ਾਨੀ ਹੈ, ਮੇਰੇ ਪਿਓ ਦੀ ਨਿਸ਼ਾਨੀ ਹੈ, ਸਵਾਰ ਕੇ ਰੱਖਦੇ ਆ। ਇਸੇ ਤਰ੍ਹਾਂ ਜਿਹੜੇ ਗੁਰੂ ਨੂੰ ਭਾ ਗਏ, ਗੁਰੂ ਵੀ ਉਹਨਾਂ ਨੂੰ ਸਵਾਰ ਕੇ ਰੱਖਦਾ। ਕਹੋ ਸਤਨਾਮ ਸ੍ਰੀ। ਗੁਰੂ ਉਹਨਾਂ ਨੂੰ ਸਵਾਰ ਕੇ ਰੱਖਦਾ। ਕਿਹਨਾਂ ਨੂੰ? ਜਿਨ ਸਤਿਗੁਰ ਸਿਉ ਚਿੱਤ ਲਾਇਆ, ਜਿਹੜੇ ਗੁਰੂ ਨਾਲ ਚਿੱਤ ਲਾਉਂਦੇ ਆ, ਜਿਹੜੇ ਗੁਰੂ ਨਾਲ ਜੁੜਦੇ ਹਨ, ਉਹਨਾਂ ਨੂੰ ਗੁਰੂ ਸਵਾਰ ਕੇ ਰੱਖਦਾ ਹੈ, ਆਪਦੇ ਬਣਾ ਕੇ ਰੱਖਦਾ ਹੈ। ਤਿੰਨੀ ਵੀ ਦੂਜਾ ਭਾਉ ਚੁਕਾਇਆ, ਉਹਨਾਂ ਦੇ ਅੰਦਰੋਂ ਗੁਰੂ ਨੇ ਦੂਜਾ ਭਾਵ ਕਰਮ ਕਾਂਡ ਖਤਮ ਕਰ ਦਿੱਤੇ, ਥਾਂ ਦਾ ਭਟਕਣਾ ਖਤਮ ਕਰਤਾ ਗੁਰੂ ਨੇ ਉਹਨਾਂ ਦੇ ਅੰਦਰੋਂ। ਤਿਨੀ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹਨਾਂ ਦਾ ਆਤਮਿਕ ਜੋਤ ਪਵਿੱਤਰ ਹੋ ਗਈ, ਜਿਹੜੀ ਜਨਮ ਕੀ ਇਸ ਮਨ ਕੋ ਮਲ ਲੱਗੀ ਸੀ ਉਹ ਲੈ ਗਈ। ਜਿਹੜਾ ਕਾਲਾ ਸ਼ਾਹ ਹੋਇਆ ਪਿਆ ਸੀ, ਗੁਰੂ ਨੇ ਉਹਨੂੰ ਚਿੱਟਾ ਕਰ ਦਿੱਤਾ। ਖੰਡਣੀ ਧੋਤੀ ਉਜਲੀ ਨਾ ਹੋਵੇ, ਉਲਟੀ ਹੋਵੇ ਮਤ ਬਦਲਾਹੋ। ਜਿਵੇਂ ਕੋਹਲੂ ਦੀ ਲੀਰ ਹੀ ਬਦਲਣੀ ਪੈਂਦੀ ਹੈ, ਕੱਲ੍ਹ ਵਾੜੀ ਚੱਕ ਕੇ ਕੋਹਲੂ ਵਾਲਾ ਅੱਗ ਵਿੱਚ ਸਾੜ ਦਿੰਦਾ, ਹੁਣ ਉਹ ਧੋਤੀ ਨਹੀਂ ਜਾਂਦੀ, ਸਾਫ਼ ਨਹੀਂ ਹੁੰਦੀ। ਇਸੇ ਤਰ੍ਹਾਂ ਮਨਮੱਖ ਸਾਫ਼ ਨਹੀਂ ਹੁੰਦੀ, ਇਹਨੂੰ ਸਾੜ ਦਿਓ, ਗੁਰਮਤ ਲੈ ਲਓ। ਜਦ ਗੁਰਮਤ ਹਿਰਦੇ ਵਿੱਚ ਵਸ ਗਈ ਤੇ ਮਨ ਸਾਫ਼ ਹੋ ਗਿਆ, ਆਤਮਾ ਸਾਫ਼ ਹੋ ਗਈ। ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹਨਾਂ ਦੀ ਜੋਤ ਸਾਫ਼ ਕਰਤੀ, ਆਤਮਾ ਸਾਫ਼ ਕਰ ਦਿੱਤੀ। ਉਹ ਚੱਲੇ ਜਨਮ ਸਵਾਰ ਜੀਓ, ਤੇ ਉਹ ਮਾਤ ਲੋਕ ਦੇ ਵਿੱਚੋਂ ਆਪਣਾ ਜੀਵਨ ਸਫਲਾ ਕਰਕੇ ਮਾਤ ਲੋਕ ਵਿੱਚੋਂ ਗਏ। ਤੇ ਮੈਂ ਕਿਤਨੀਆਂ ਉਦਾਹਰਨਾਂ ਦੇਵਾਂ। ਗੁਰੂ ਨਾਨਕ ਦਾ ਇਤਿਹਾਸ, ਗੁਰਸਿੱਖੀ ਦਾ ਇਤਿਹਾਸ ਭਰਿਆ ਪਿਆ, ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ। ਬੀਬੀ ਰਜਨੀ ਦਾ ਕੋਹੜੀ, ਉਹਦਾ ਪਤੀ, ਉਹਦਾ ਜਨਮ ਸਵਾਰਤਾ ਗੁਰੂ ਨੇ। ਇਸੇ ਤਰ੍ਹਾਂ ਹੀ ਗੁਰੂ ਪਿਆਰਿਓ, ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਣ ਵਾਲੇ ਬੇਅੰਤ ਹੀ ਦੁਖੀਏ, ਜਿਨ੍ਹਾਂ ਦਾ ਜੀਵਨ ਸਫਲਾ ਕਰਦੇ ਆ, ਜਿੱਥੇ ਸੰਸਾਰਕ ਸੁੱਖ ਦਿੱਤੇ ਆ, ਉੱਥੇ ਉਹਨਾਂ ਨੂੰ ਆਤਮਿਕ ਸੁੱਖ ਵੀ ਦਿੱਤਾ ਅਤੇ ਪਰਮੇਸ਼ਰ ਨਾਲ ਵੀ ਜੋੜਿਆ। ਜਿਹੜੇ ਗੁਰੂ ਨੂੰ ਭਾ ਗਏ, ਉਹਨਾਂ ਨੂੰ ਗੁਰੂ ਨੇ ਸਵਾਰ ਲਿਆ, ਉਹਨਾਂ ਨੂੰ ਆਪ ਦੇ ਵਿੱਚ ਮਿਲਾ ਲਿਆ। ਗਵਾਲੀਅਰ ਦੇ ਕਿਲੇ ਵਿੱਚੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹਨਾਂ 52 ਕੈਦੀਆਂ ਨੂੰ ਬਾਹਰ ਕੱਢ ਲਿਆਏ, ਉਹਨਾਂ ਦਾ ਜੀਵਨ ਵੀ ਸਫਲਾ ਕਰ ਦਿੱਤਾ। ਮਾਤ ਲੋਕ ਦੇ ਉਹ ਲੋਕ ਜਿਸ ਵੇਲੇ ਭਾਈ ਦਇਆ ਸਿੰਘ, ਧਰਮ ਸਿੰਘ, ਇਹ 5 ਪਿਆਰੇ ਸਤਿਗੁਰਾਂ ਦੇ ਹਜ਼ੂਰ ਹਾਜ਼ਰ ਹੋਏ ਨੇ, ਉਸ ਤੋਂ ਪਹਿਲਾਂ ਦੀ ਹਾਲਤ ਇਹਨਾਂ ਦੀ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਆ, ਕਿੱਥੋਂ ਆਇਆ ਸਿੱਖਾ ਤੂੰ? ਕਹਿੰਦਾ ਜੀ ਲਾਹੌਰ ਤੋਂ। ਕੀ ਨਾਮ ਹੈ ਤੇਰਾ? ਜੀ ਦਇਆ ਰਾਮ। ਅੱਛਾ, ਲਾਹੌਰ 'ਚ ਦਇਆ ਪੈਦਾ ਹੋ ਗਈ?
कदे शास्त्र चक्किया ना महाराज, शास्त्र किथे। असी तो शास्त्रां तो डरदे हैं महाराज, असीं तां नंगी करद नहीं चकदे। नंगी करद कबू ना पकड़ी, हम तो तोलन जाने तकड़ी। नंगी करद कबू ना पकड़ी, चिड़ी उडे तो हम डर जाए। कहने फिर तुहानू ही तलवारां चुकाउणियां। कहो सतनाम, आ जाओ फिर। ते गुरु प्यारिओ भाई दया राम जी नूं फिर अमर दी दात दे के दया सिंह बनाया। इसे तरह ही फिर दया राम तो दया सिंह तो बाद गुरु प्यारिओ धर्म सिंह आया, हिम्मत राय आया, मोहकम सिंह आया, सहज सिंह साहिब चंद आया। ये सारे नीवियां जातां वालियां नूं सतगुर ने सवार के अखीर ते कहता खालसा मेरो रूप है, खास खालसे में हो करो निवास। ये गुरु ने कृपा की। इन्हां नूं नीवियां जातां वालियां नूं उच्चे चुकिया, नीचों ऊंच करे मेरा गोबिंद काहू ते ना डरै। ऐसी लाल तुझ बिन कौन करे, गरीब नवाज गुसाइयां मेरा माथा छतर धरे। जिन्हां नूं नीवियां जातां कह के मंदिरां विचों फटकारिया जांदा सी, हजे भी लोकां दे दिमाग चों ये गल्लां निकलियां नहीं। मैं कल परसों खबर सुनी, एक मुसलमान बच्चा किसी मंदिर चों पानी पीण चलिया गया ते उत्थों दे कट्टर हिंदू ने जां पुजारी ने उहनूं छांटियां नाल मार मार के लाशां पातियां पिंडे ते भी तूं अंदर वड़िया किवें आ मंदिर दे। कहो सतनाम श्री। धन गुरु गोबिंद सिंह जी ने किरपा कीती, सानूं इन्हां अखौती पखंडी धर्म के मुखियां तो बचा के खुद मुख्तियार बना दिता। को सतनाम श्री। जिस वेले इन्हां नूं कहा जांदा तुसीं तलवारां चक्को, शास्त्र चक्को, मुगलों नाल लड़ाई करो, ये कहते सीगे ना महाराज मुश्किल है, ये तो साबता शाबता छत्तरा खा जाती है। शायद मांस खाण वाले नूं लोग तकड़ा समझते हैं, ये तो शाबता शाबता छत्तरा कल्ले कल्ले खा जाते हैं। महाराज साढ़े च इन्नी ताकत कित्थे। कहने फिर ठीक है, सोडे विच मैं वो ताकत भरांगा कि तुसी सवा सवा लाख नाल कल्ला कल्ला लड़ोगे। कहो सतनाम श्री। किन्नी ताकत हुई फिर। ते वाकया ही गुरु प्यारो 40 ਸਿੰਘਾਂ ने चमकौर की गढ़ी विच 10 लाख फौज का टाकरा किया। तो कहण तो भाव है गुरु ने किरपा की साडे ते, जिन्हां नूं शूद्र कहा जाता सी, जिन्हां नूं मंदिरां दे विच नहीं सी वण दिता जाता। भगत नामदेव जी की गल करिए, उन्हां नूं गुरु प्यारिओ मंदिर दे विचों बाहों फड़ के बाहर कढ़ दिता। उस वेले भगत जी ने भी परमेश्वर नूं ताना मारिया, हस्त खेलत तेरे देहरे आया, भगत करत नामा पकड़ उठाया। हीनड़ी जात मेरी याद मराया, छिपे के जन्म काहे को आया। इन्नी मेरी माड़ी जात सी ते फिर मैनू छिंबियां दी जात विच क्यों भेजिया। मैं तेरे प्यार दे विच आया, हसदा खेडदा भजन बंदगी करन वास्ते मैनू बाहों फड़ के बाहर कढ़ दिता। ये पंडिया मोको ढेड़ कहता, मैं भगत तेरा हाँ ना। ये मैनू शूद्र नीच जात कहते हैं, ढेड़ कहते हैं, तो तू भी तो फिर उही होया। को सतनाम। ये मैनू नहीं तैनू भी कहते हैं। तेरी पैज पछाउंडी होए ला, तेरी भी तो इज्जत घटती है ना। जे मैनू इन्हां ने ढेड़ कहा तो तैनू भी कहता, हिसाब ला ला हुण। तू जो दयार अपार कृपाल कही अत है, तैनू बड़ा दयालु कृपालू कहते हैं। अत पुज भयो अपारला, वड्डियां बाहां वाला कहते हैं, बहुतियां बाहां वाला कहते हैं। ये पंडित मैनू ढेड़ कहते हैं, तेरी पैज पछाउंडी होए ला। मूए हुए जो मुक्त देओगे, मुक्त ना जाने कोयला। मरण तो बाद की मुक्ति किने वेखी है। अज कोई तजर्बा दिखावे तो फिर गल बनती है। को सतनाम श्री। तू जो दयार अपार कृपाल कही अतै, अतपुज भयो अपार ला। तो फिर परमेश्वर नूं जद इस तरह मिठे मिठे ताने मारे ना, तो परमेश्वर ने फिर की कीता,
फेर दिया देहोरा नामै को पंडियन को पिछवारला। उन्हां हंकारी ब्राह्मणों को पिछे कर दिता और नामदेव नूं मूहरे ले आंदा। को सतनाम सी कहंदे मंदिर का मूँह ही घुमा के नामदेव दे वल कर दिता, जिहड़ा कि मंदिर के पिछले पासे जाके बह गया सी। तो इस करके गुरु साहिबान जिन्हां ने साडे ते बड़ी किरपा की, निर्मल जोत तिन प्राणियां वो चले जन्म सवार जियो, उन्हां दी निर्मल जोत उन्हां दी सोच उच्ची चक दिती, उन्हां दी आत्मा पवित्र हो गई। जिन्हां नूं शूद्र नीच कहा जांदा सी, नीचों ऊंच करे मेरा गोबिंद काहू ते ना डरै, ऐसी लाल तुझ बिन कौन करे। रविदास ढवंता ढोर नीत तिन त्यागी माया, प्रगट हुआ साध संग हर दर्शन पाया। इसे तरह ही आठ दाम को छीपरो होयो लाखीना। कबीर साहब की गल करिए तो उन्होंने बारे कहते ताना बुड़ना त्याग कै प्रीत चरण कबीरा। जद कबीर जुलाहे ने जो खड्डी का काम करते सी, इधरों ध्यान खिंच के परमेश्वर वाल जोड़े आ। खड्डी चो ध्यान थोड़ा घट गया ना, ताइयों बेबे लांभे दिंदी है। जबकि माला लई निपुत्ते तब ते सुख न भयो, सुनो दरानी सुनो जेठानी है मुंडिया क्यों ना मोयो, ये मर ना जावे मेरा मुंडा। सात सूत इन मुंडिया खोए, ये मेरे मुंडे ने 7 तानियां खराब करतियां, लोगों दियां पईयां खराब हो गईयां, ये बुणदा नहीं। कबीर साहब जी का वचन है। वैसे आपां ही अर्थ मोटे मोटे जे कीते है बाहरी तौर पर, पर अंदरूनी अर्थ है साडा मन जिहड़ा है ना, इहने साडे सत्ते ज्ञान इंद्रिय खराब कर छड्डे ने। कहो सतनाम से ये मर क्यों नहीं जाता। कहो सतनाम, जे मर जावे तो चंगी गल है ना। जे ये मर जावे तो फिर साडा घर वसदा। मरवे खसमा मरवे, तेरे मरे तो वसदा घर वे। तू मरे दा सुहागण होई, तेरे जिउंदे मिले ना ढोई। ये मन नूं किसी फकीर ने ताना मारिया। तो इस करके माता अलोई कहंदी आ, ये मुंडिया क्यों ना मोयो। तो कबीर साहब जी का जवाब सुन लो अगों। वो कहते की करा बेबे, जदों मैं नाल बगाउणा ताणी दे विच मेरा ध्यान सिमरन चों टुट जाता है। जब लग तागा बाहों बेही, जदों नाल गुट्टी वाली विच दी सिड़दा है, कहंदा फिर मैनूं ध्यान धागिया करनी करना पैंदा, मेरा ध्यान टुट जाता, मैं की करा। जब लग धागा बाहों बेही तब लग बिसरे राम स्नेही, फिर मैनूं राम भुल जाता है। राम नूं याद करदा ते मैनूं ताणी भुल जाती है। को सतनाम, मैं की करा। इस करके गुरु साहब जी कहंदे, कबीर साहब जी आठ दाम को छीपरो होयो लाखीना, ताना बुनना त्याग कै प्रीत चरण कबीरा। नीच कुला जुलाहरा भयो गुणी गहीरा। रविदास ढवंता ढोर नीत तिन त्यागी माया। रविदास जिन्हां दे बजुर्ग चमड़े का काम करते सी, मरे हुए पशुओं नूं बाहर सिट के आउणा, उन्हां दी खल ला के सुकाउणी साफ करनी, ते फिर उस तो जोड़े जुत्तियां बनाउणे लोकां वास्ते। उन्हां ने भी थोड़ा उस धंधे चों ध्यान खिंच के रब नाल जोड़े। तिन त्यागी माया, जो रविदास जी ने भी वो माया नूं त्याग के, वो काम नूं त्याग के थोड़ा ध्यान परमेश्वर नाल जोड़िया, ते वो भी महान हो गया। प्रगट हुआ साध संग हर दर्शन पाया, वो भी भगतां विच प्रतख हो गया। अगे जाके कहते सैन नाई बुतकारिया, वो घर घर सुनिया सैन नाई, जिहड़ा कि राजे दे पिंडे की मालिश करदा है, राजे की सेवा करदा है, नौकर है उसका तनख्वाह ते रखिया रोजाना जांदा है। पर दूजे पासे इहदा ध्यान सत्संग विच भी है। जो समा मिलता सत्संग भी करता साधुआं दी नाम जपण वालियां ने। एक दिन ऐसी घटना घटी, इन्हां दे घर साधु आ गए, सत्संग हुई, कीर्तन हुआ, रैन सवाई, सारी रात सत्संग हुंदी रही, कीर्तन हुंदा रहा, गुरु जस हुंदा रहा। ते सैन भगत जिहड़ा है उन्हां दी सेवा च लग्या रहा, सरवण करदा रहा। हुण तड़के भी एडी छेती किधर समाप्त ना हुई संगत दी,
ਤੇ ਇਹ ਡਿਊਟੀ ਤੇ ਨਾ ਜਾ ਸਕਿਆ। ਕੋ ਸਤਨਾਮ ਸੀ। ਰਾਜੇ ਦੀ ਸੇਵਾ 'ਚ ਨਾ ਸਕੇ ਗਿਆ ਡਿਊਟੀ ਤੇ। ਇਹ ਪਰਮੇਸ਼ਰ ਦੀ ਸੇਵਾ 'ਚ ਲੱਗੇ ਆ, ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ 'ਚ ਲੱਗੇ ਹੈ। ਤੇ ਪਰਮੇਸ਼ਰ ਨੂੰ ਫਿਰ ਸੈਨ ਦਾ ਕੰਮ ਕਰਨਾ ਪਿਆ। ਕੋ ਸਤਨਾਮ ਸੀ। ਪਰਮਾਤਮਾ ਨੇ ਕਹਿੰਦੇ ਸੈਨ ਭਗਤ ਦਾ ਰੂਪ ਧਾਰਿਆ ਤੇ ਸਮੇਂ ਸਿਰ ਡਿਊਟੀ ਤੇ ਪਹੁੰਚ ਗਿਆ ਰਾਜੇ ਦੇ। ਤੋ ਸੈਨ ਵਾਲਾ ਕੰਮ ਕਹਿੰਦੇ ਰਾਜੇ ਦੀ ਮਾਲਿਸ਼ ਕੀਤੀ ਪਰਮੇਸ਼ਰ ਨੇ। ਰਾਜੇ ਦੀ ਲੱਤ ਉੱਤੇ ਕੋਈ ਉਹਨਾਂ ਸਮਿਆਂ 'ਚ ਫੋੜਾ ਹੁੰਦਾ ਸੀ, ਮਾਸ ਖੋਰਾ, ਜਿਹਨੂੰ ਅੱਜ ਭੈੜੀ ਬਿਮਾਰੀ ਕਹਿੰਦੀ ਹੈ ਦੁਨੀਆ। ਇਹ ਫੋੜਾ ਹਟਦਾ ਨਹੀਂ ਸੀਗਾ ਜਲਦੀ ਜਲਦੀ, ਸਰੀਰ ਗਲ ਜਾਂਦੇ ਸੀ, ਗਾਂ ਦੀ ਗਾਂ ਖਤਮ ਹੋ ਜਾਂਦੇ ਸੀ। ਉਹ ਰਾਜੇ ਦੇ ਉਹ ਮਾਸਖੋਰਾ ਫੋੜਾ ਸੀ ਲੱਤ 'ਤੇ ਕਿਤੇ। ਜਦੋਂ ਕਹਿੰਦੇ ਪਰਮੇਸ਼ਰ ਨੇ ਮਾਲਿਸ਼ ਕਰਦਿਆਂ ਫੋੜੇ 'ਤੇ ਹੱਥ ਮਾਰਿਆ, ਉਹ ਫੋੜਾ ਠੀਕ ਹੋ ਗਿਆ। ਉਹ ਸਤਨਾਮ ਸੀ। ਉਹ ਜ਼ਖਮ ਠੀਕ ਹੋ ਗਿਆ। ਰਾਜਾ ਹੈਰਾਨ ਹੋਇਆ ਵੀ ਆਹ ਕੀ ਹੋ ਗਿਆ, ਇਹ ਜ਼ਖਮ ਠੀਕ ਕਿਵੇਂ ਹੋ ਗਿਆ। ਅੱਜ ਸੈਨ ਨੇ ਬੜੀ ਕਮਾਲ ਦੀ ਮਾਲਿਸ਼ ਕੀਤੀ ਆ। ਕੋਈ ਸਤਨਾਮ ਪਛਾਣ ਨਹੀਂ ਆਈ ਉਸ ਨੂੰ ਵੀ ਇਹ ਰੱਬ ਹੈ ਕਿ ਸੈਨ ਹੈ। ਤਾਂ ਗੁਰੂ ਪਿਆਰਿਓ, ਪਰਮੇਸ਼ਰ ਸਮੇਂ ਸਿਰ ਡਿਊਟੀ ਕਰਕੇ ਚਲੇ ਆ ਗਏ। ਸੈਨ ਭਗਤ ਨੇ ਦੂਜੇ ਦਿਨ ਫਿਰ ਤੜਕੇ ਸਭ ਮਹਾਂਪੁਰਸ਼ਾਂ ਦੀ ਸੇਵਾ ਕੀਤੀ, ਉਹਨਾਂ ਨੂੰ ਵਿਦਾ ਕੀਤਾ। ਜਦੋਂ ਸ਼ਾਮਾਂ ਨੂੰ ਜਾਂ ਦੂਜੇ ਦਿਨ ਡਿਊਟੀ 'ਤੇ ਗਿਆ, ਅੱਗੋਂ ਰਾਜਾ ਜਿਹੜਾ ਹੈ ਇੱਕ ਮੋਤੀਆਂ ਦੀ ਮਾਲਾ ਹੱਥ 'ਚ ਲਈ ਖੜਾ। ਸੈਨ ਭਗਤ ਸੋਚਦਾ ਕਿ ਮੈਨੂੰ ਇਹ ਮਜ਼ਾਕ ਕਰਦਾ ਰਾਜਾ ਵੀ, ਕੱਲ ਮੈਂ ਡਿਊਟੀ 'ਤੇ ਆਇਆ ਨਹੀਂ ਗਾ, ਵੀ ਤੈਨੂੰ ਮੈਂ ਮਾਲਾ ਦਿੰਦਾ। ਰਾਜਾ ਕਹਿੰਦਾ ਆਓ ਆਓ ਸੈਨ, ਕੱਲ ਤਾਂ ਕਮਾਲ ਹੀ ਕਰਤੀ। ਮਹਾਰਾਜ ਕੱਲ ਲੇਟ ਹੋ ਗਏ, ਬਸ ਸਾਧੂ ਆ ਕੇ ਕਰੇ। ਨਹੀਂ ਨਹੀਂ ਤੂੰ ਆਇਆ ਸੀਗਾ। ਨਹੀਂ ਮਹਾਰਾਜ ਮੈਂ ਨਹੀਂ ਆ ਸਕਿਆ, ਸੱਚ ਕਹਿਣਾ। ਰਾਜਾ ਕਹਿੰਦਾ ਮੈਂ ਸੁਪਨਾ ਵੇਖਦਾ ਕਿ ਸੱਚ ਕਹਿਣਾ। ਆਹ ਦੇਖ ਮੇਰੀ ਲੱਤ ਉੱਤੇ ਜਿਹੜਾ ਫੋੜਾ ਸੀ ਉਹ ਫੋੜਾ ਆਰਾਮ ਆ ਗਿਆ। ਕੱਲ ਤੂੰ ਪਤਾ ਨਹੀਂ ਕੈਸੇ ਮਾਲਿਸ਼ ਕੀਤੀ, ਇਹ ਫੋੜਾ ਹਟ ਗਿਆ, ਜ਼ਖਮ ਠੀਕ ਹੋ ਗਿਆ। ਤੇ ਰਾਜੇ ਨਾਲੇ ਉਹ ਮੋਤੀਆਂ ਦੀ ਮਾਲਾ ਉਹਦੇ ਗਲ 'ਚ ਪਾਈ, ਨਾਲੇ ਗਲੋਂ ਲੋਹਾਏ ਕਵਾਏ ਪਹਿਨਾਈ। ਕਵਾਏ ਕੀ ਹੁੰਦੀ ਹੈ? ਅੱਜ ਕੱਲ੍ਹ ਲੰਮਾ ਚੋਲਾ ਜੋ ਲਗਭਗ ਰਾਜੇ ਪਾਉਂਦੇ ਆ। ਉਹਨੇ ਆਪਣੀ ਇੱਕ ਲੰਮਾ ਕੋਟ, ਲੰਮਾ ਚੋਲਾ, ਓਵਰਕੋਟ ਉਹ ਵੀ ਲਾ ਕੇ ਉਸ ਨੂੰ ਦੇ ਦਿੱਤਾ, ਉਹਦੇ ਪਵਾ ਦਿੱਤਾ। ਔਰ ਗੁਰੂ ਪਿਆਰਿਓ ਨਾਲੇ ਉਸ ਨੂੰ ਮਾਲਾ ਦਿੱਤੀ, ਨਾਲੇ ਪਿਆਰ ਕੀਤਾ। ਸਹਿਨ ਨਾਈ ਕਹਿੰਦਾ ਮਹਾਰਾਜ ਨਾਈ ਕੋਈ ਹੋਰ ਰੱਖ ਲਓ, ਫਿਰ ਹੁਣ ਮੈਥੋਂ ਇਹ ਸੇਵਾ ਨਹੀਂ ਹੋਣੀ। ਕਹੋ ਸਤਨਾਮ। ਕਿਉਂਕਿ ਭਗਤਾਂ ਨੂੰ ਭੇਤ ਆ ਗਿਆ ਪਰਮੇਸ਼ਰ ਦਾ, ਬਈ ਇਹ ਜਿਹੜਾ ਕੰਮ ਕੀਤਾ ਇਹ ਪਰਮੇਸ਼ਰ ਕਰ ਗਿਆ। ਮੈਂ ਭਗਤਾਂ ਦੀ ਸੇਵਾ ਕਰ ਰਿਹਾ ਸੀਗਾ ਤੇ ਪਰਮੇਸ਼ਰ ਮੇਰੀ ਸੇਵਾ ਕਰ ਗਿਆ। ਕਹੋ ਸਤਨਾਮ ਸਿੰਘ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਔਰ ਇਹਨਾਂ ਭਗਤਾਂ ਦੀਆਂ ਕਹਾਣੀਆਂ ਸੁਣ ਸੁਣ ਕੇ, ਜਿਵੇਂ ਆਪਾਂ ਸਾਰੇ ਕਹਾਣੀਆਂ ਸਾਖੀਆਂ ਸੁਣਦੇ ਆ ਨਾ, ਫਿਰ ਆਪਣੇ ਅੰਦਰ ਵੀ ਜੀ ਕਰਦਾ ਵੀ ਯਾਰ ਆਪਾਂ ਵੀ ਕਰੀਏ ਭਗਤੀ। ਹੈ ਲੋਕਾਂ ਨੇ ਇੰਨੀ ਭਗਤੀ ਕਰਕੇ ਪਾਇਆ ਤੇ ਫਿਰ ਆਪਾਂ ਨੂੰ ਕੀ ਹੋਇਆ। ਧੰਨੇ ਨੇ ਵੀ ਇਹਨਾਂ ਭਗਤਾਂ ਦੀਆਂ ਸਾਖੀਆਂ ਸੁਣੀਆਂ ਸੀਗੀਆਂ। ਸੁਣ ਸਾਖੀ ਮਨ ਜਪਿਆਰ, ਅਜਾਮਲ ਉਧਰਿਆ ਕਹੇ ਏਕ ਵਾਰ। ਗਣਕਾ ਉਧਰੀ ਹਰ ਕਹੇ ਤੋਤ, ਮਨ ਸਿਮਰ ਤੂੰ ਹੋਹੇ ਮੋਖ। ਮਨਾ ਤੂੰ ਵੀ ਸਿਮਰਿਆ ਕਰ। ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ। ਇਹ ਵਿਧ ਸੁਣ ਕੇ ਜਾਟਰੋ, ਜਾਟ ਭਗਤ ਧੰਨਾ ਜੀ ਜੋ ਬਾਗੜ ਦੇ ਵਿੱਚ ਧੂਆਂ ਨਗਰ ਹੈ, ਧੂਆਂ ਉੱਥੇ ਪੈਦਾ ਹੋਏ। ਇਹਨਾਂ ਨੇ ਇਹਨਾਂ ਭਗਤਾਂ ਦੀਆਂ ਕਥਾ ਕਹਾਣੀਆਂ ਸੁਣੀਆਂ ਤੇ ਉਹਦੇ ਅੰਦਰ ਵੀ ਭਗਤੀ ਕਰਨ ਦਾ ਸ਼ੌਂਕ ਜਾਗਿਆ। ਕਹੋ ਸਤਨਾਮ। ਪਰਮੇਸ਼ਰ ਨੂੰ ਪਾਉਣ ਦਾ ਸ਼ੌਂਕ ਜਾਗਿਆ, ਮਤਲਬ ਲੋੜ ਕਾਢ ਦੀ ਮਾਂ ਹੈ। ਕਹਿੰਦੇ ਧੰਨੇ ਦੇ ਭਰਾਵਾਂ ਨੇ ਇਹਨੂੰ ਉਹ ਜ਼ਮੀਨ ਦੇ ਦਿੱਤੀ ਜਿਹੜੀ ਬੰਜਰ ਸੀ ਤੇ ਕੱਲਾ ਸੀ, ਤੇ ਇੱਕ ਦੇਤਾ ਇਹਨੂੰ ਬਲਦ। ਘਰ ਚੋਂ ਵੰਡਿਆ ਹੋਇਆ ਸਮਾਨ ਚੋਂ ਇੱਕ ਬਲਦ ਦੇਤਾ ਤੇ ਬੰਜਰ ਜ਼ਮੀਨ ਦਿੱਤੀ। ਹੁਣ ਜਾ ਕੇ ਬੈਠ ਜਾ ਕਰੇ, ਮੁੜ ਆਇਆ ਕਰੇ ਤੇ ਸੈੱਟ ਹੋਵੇ ਨਾ ਜ਼ਮੀਨ। ਫਿਰ ਇਹਨਾਂ ਨੇ ਸੁਣਿਆ ਵੀ ਯਾਰ ਇਹ ਉਹਨਾਂ ਭਗਤਾਂ ਦੇ ਕੰਮ ਕਰਦਾ ਰਿਹਾ, ਰੱਬ ਤੇਰਾ ਨਹੀਂ ਕਰੂਗਾ। ਫਿਰ ਲੋੜ ਕਾਢ ਦੀ ਮਾਂ ਹੈ, ਰੱਬ ਨੂੰ ਸੱਦਣਾ ਕੀਤਾ। ਕੋਈ ਸਤਨਾਮ।
भावें कि कहानी ये भी है भी ये गौआं चारन जांदा सी। भाई गुरदास जी ने लिखिया रस्ते विच एक मंदिर पैंदा सीगा ते मंदिर दे विच एक ब्राह्मण ठाकरां दी पूजा करदा सीगा। इहने गावां चारदी उहनूं देखना, ठाकरां दी पूजा करना, उहनूं उहने नहाउणा धोना, फिर रोटी दा भोग लवाउणा आदि आदि। हुण धन्ना कहंदे भोला भाला उहदे कोल चलिया गया। कहण लग्या पंडित जी की करदे हो ये? कहंदे ठाकरां दी सेवा करना। धन्ना कहना भी ठाकर कोई काम कुम भी करदे आ कि विहले रहिंदे आ? कहंदा लै ये तां सारी दुनिया दे काम करदे आ, फलाने दा काम कीता, फलाने दा कीता। कहना अच्छा यार फिर मैनूं तां आप लोड़ है कि ठाकर मैनूं भी दे दे। कहो सतनाम सी। हुण वो तां उन्हां ठाकरां नूं पत्थर ही समझदा है, पर धन्ना प्रतੱਖ तौर ते उहनूं कुछ ना कुछ करन वाला समझदा है। हुण जदों उहदे गल पै गया धन्ना रोज़ मंगदा या दे दे कि ठाकर कई दिन उहने दिता ना। पंडित के दिमाग दे विच ख्याल आया भी आपां इहनूं एक पत्थर फड़ा दिंदे आ, तो गां लै लईए दुੱਧ देण वाली। कहण लग्या भी ऐं कर मैं तैनूं दे दूँगा, ठाकर दे दूँगा ले जी, पर तू इहदे वट्टे मैनूं की देंगा? कहण दस। कहंदा ਉਹ जी दुੱਧ वाली गां नवीं सूई ਉਹ मैनूं दे दे सणे बच्चे। ਉਹ ਕਹਿੰਦਾ ਆ ਚੱਕ ਬੱਚਾ ਤੇ ਗਾਂ ਤੇ ਆ ਚੱਕ ਦੋਣਾ ਵੀ ਲੈ ਲੈ ਜਾਂ ਦੁੱਧ ਚੋਣ ਵਾਸਤੇ, ਪਰ ਮੈਨੂੰ ਠਾਕਰ ਜ਼ਰੂਰ ਦੇ ਦੇ। ਕਹਿੰਦੇ ਠਾਕਰ ਲੈ ਗਿਆ। ਭੋਲਾ ਭਾਲਾ कहना मेरी सेवा किवें करा? कहने घरे जाके इनू नवा धवा के चौंकी ते रख दी। अच्छा फिर कहते रोटी जदों बन जे फिर थाल ला के मूहरे लिया के भोग लवा दी, फिर तेरी काम करूगा ये सारे। कहते चल ठीक आ। घरे ले गया, कपड़े च लपोट के उन्हें पत्थर फड़ाता। भाई गुरदास ने उवें लिखिया, लिजा के चौकी ते रखता। घर वाले कहना भागवान ने प्रशादा बना ला। प्रशादा बन गया। वो कहनी शकला, कहनी नहीं पहले ठाकर नूं भोग लवाउणे आ। ते लस्सी का गिलास वड्डा कंगनी वाला, सरों का साग ते रोटियां बाजरे लिया के ते मूहरे धरतियां। कहंदे लो महाराज छको। उन्हें पत्थर कित्थे छके? कहो सतनाम श्री। पर उन्होंने की पता सीगा भी ये खांदा कि नहीं खांदा, कि उदां ही कोले रख के चक लजाईदी है। तां गुरु प्यारे हो बावा चिर बैठा उड़ीकदा रहा, ना प्रगट होया, ना खाधा उन्हें, ना कोई हलिया चुलिया। कहंदा की गल बामण घरे खीरां मिलदियां सीगियां? इत्थे मित्रा आही रुखा पिस्सा मिलना, खीर खूर तां नहीं मैं बनाईगी। आ जिहड़ा कुछ हैगा ये छक ला मेरे कोल, समा आऊगा खीर भी बना लांगे। परमेश्वर ने वेख्या भी ये तां खैड़ी पै गया, हुण जाना ही पैना। कहो सतनाम श्री। फिर परमेश्वर उत्थे प्रगट होया, दर्शन दिते धन्ने भगत नूं प्रतੱਖ रूप दे विच आके दर्शन दिते, ते नाले प्रशादा छकिया, शाहे मोहे लाया, लस्सी भी पीती। बहुत खुश होए। कहंदे हाँ दस हुण की काम है? परमेश्वर कहंदे धन्ना कहंदा तैनूं पता ही है काम तो बगैर तो मैं तेनूं सद्दिया ही नहीं, काम तो हैगा ही आ। खेत चलदे आ, बंजर जमीन है, एक बल्द है मेरे कोले, मैथों लोट नहीं आउंदी, तू कुछ कर। कहंदे चल। कहंदे खेत जाके एक खूह है जिहदे विचों पानी नहीं निकलदा, एक बल्द नाल कित्थों निकले? कहण लगे भी इस तरह ये खूह चों पानी कढना ते आपां ये जमीन जिहड़ी है वाहुणी है, तैयार करनी है, ते मैं उधरों पानी मोड़ूंगा, नक्के मोड़ूंगा, ते तू इधरों बल्द नूं हकी चली, जिवें किवें एक जोड़ लैने आ। कहंदे ठीक आ। बल्द जोड़ के धन्ना कही चक के परे खेतां कन्नी वग गया, ते परमेश्वर ने गिलास वांगू खूह उलटाता इदां करके। जदों एकदम पानी आया हड़ वांगू, उन्हें सोचा कि बल्द नूं बाहला भजाता परमेश्वर ने, इन्ना पानी किवें निकल आया। कहते वो हौली हौली ठाकरा हौली चला तो आके की वेखदा है कि खूह आप ही उछली जाता है पानी चों। को सतनाम श्री। वह फिर धन्ने नूं भरोसा हो गया भी ठाकर बहुत तकड़ा है, इन तक खूह ही उलटाता फड़ के। को सतनाम श्री। खैर धन्ने दियां गौआं चारियां नामदेव दी बनाई छपरी इदां भी किसी ने कह दिता, तो परमेश्वर सब दे कारज करदा है। असल दे विच गुरु अर्जन देव जी कहते असल विच धन्ने ने दूजे भगतां दी महिमा सुनी सी, वो महिमा सुन के इहदे अंदर भी शौक जाग पिया भी धन्निया तू भी भगती कर। ये विध सुन के जाट लो
उठ भगती लागा, मिले प्रतख गुसाइयां धन्ना वड भागा। इस करके जिन्ना सतगुर स्यों चित लाया, तिनी दूजा भाव चुकाया। ਜਿਹੜੇ ਗੁਰੂ ਨਾਲ ਪਿਆਰ ਕਰਦੇ ਨੇ ਉਹਨਾਂ ਦੇ ਅੰਦਰੋਂ ਦਵੈਤ ਨਿਕਲ ਜਾਂਦੀ ਹੈ, ਦੂਜਾ ਭਾਵ ਨਿਕਲ ਜਾਂਦਾ ਹੈ। ਨਿਰਮਲ ਜੋਤ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ, ਉਹਨਾਂ ਦੀ ਆਤਮਾ ਪਵਿੱਤਰ ਹੋ ਜਾਂਦੀ ਹੈ। ਮਾਤ ਲੋਕ 'ਚੋਂ ਜੀਵਨ ਸਫਲਾ ਕਰਕੇ ਜਾਂਦੇ ਆ ਧੰਨੇ ਭਗਤ ਵਾਂਗੂ, ਉਹਨਾਂ ਭਗਤਾਂ ਵਾਂਗੂ। ਅਖੀਰ ਤੇ ਪਾਤਸ਼ਾਹ ਅਕਾਲ ਪੁਰਖ ਨੂੰ ਕਹਿੰਦੇ, ਤੇਰੀਆਂ ਸਦਾ ਸਦਾ ਚੰਗਿਆਈਆਂ, ਤੂੰ ਬੜਾ ਚੰਗਾ ਹੈ, ਤੂੰ ਬੜੇ ਚੰਗੇ ਕੰਮ ਕਰਦਾ ਹੈ। ਮੈਂ ਰਾਤ ਦਹਿ ਵਡਿਆਈਆਂ, ਮੈਂ ਦਿਨ ਰਾਤ ਤੇਰੀਆਂ ਵਡਿਆਈਆਂ ਕਰਦਾ ਰਹਾ, ਤੇਰੀਆਂ ਚੰਗਿਆਈਆਂ ਹੀ ਲੋਕਾਂ ਨੂੰ ਦੱਸਦਾ ਰਹਾ। ਕਹੋ ਸਤਨਾਮ ਸਿੰਘ, ਤੂੰ ਬੜਾ ਮਹਾਨ ਹੈ। ਅਣ ਮੰਗਿਆ ਦਾਨ ਦੇਵਣਾ, ਤੇ ਨਾਲੇ ਤੂੰ ਬਿਨਾਂ ਮੰਗਿਆ ਦਿੰਦਾ ਹੈ। ਇਸ ਕਰਕੇ ਜਦੋਂ ਤੂੰ ਬਿਨਾਂ ਮੰਗਿਆ ਦਿੰਦਾ ਤੇ ਮੁੜ ਕੇ ਵਾਪਸ ਵੀ ਨਹੀਂ ਮੰਗਦਾ, ਦਿੰਦਾ ਦੇ ਲੈਂਦੇ ਥੱਕ ਪਾਏ, ਤੂੰ ਕੈਸਾ ਮਹਾਨ ਹੈ। ਅਣ ਮੰਗਿਆ ਦਾਨ ਦੇਵਨਾ, ਕਹੋ ਨਾਨਕ ਸੱਚ ਸੰਭਾਲ ਜੀਓ। ਉਹ ਪਰਮੇਸ਼ਰ ਅਣਮੰਗੀਆਂ ਦਾਤਾਂ ਦਿੰਦਾ। ਨਾਨਕਾ ਤੂੰ ਇਹਨਾਂ ਦਾਤਾਂ ਨੂੰ ਹਿਰਦੇ ਵਿੱਚ ਸੰਭਾਲ ਕੇ ਰੱਖ। ਕਿਹੜਾ? ਨਾਮ ਦੀਆਂ ਦਾਤਾਂ। ਨਾਮ ਜਪ ਕੇ ਕੋਈ ਫੀਲਿੰਗ ਹੁੰਦੀ ਆ, ਕੋਈ ਅਨੁਭਵ ਹੁੰਦਾ ਹੈ, ਉਹ ਵੀ ਤੁਸੀਂ ਅੰਦਰ ਰੱਖਣਾ, ਉਹਦਾ ਰੌਲਾ ਪਾਉਣ ਦੀ ਲੋੜ ਨਹੀਂ ਹੈ। ਕਹੋ ਸਤਨਾਮ ਸਿੰਘ। ਜਿਵੇਂ ਇੱਕ ਮਾਈ ਨੇ ਰੌਲਾ ਪਾਤਾ ਗੁਰੂ ਵਾਲੇ ਸਮੇਂ ਕਿ ਮਾਏ ਮੈਨੂੰ ਬਾਬੇ ਦਰਸ਼ਨ ਹੋ ਗਏ, ਮੈਨੂੰ ਦਰਸ਼ਨ ਹੋ ਗਏ, ਮੈਨੂੰ ਝਲਕਾਰੇ ਪੈਂਦੇ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ, ਬੇਬੇ ਜੇ ਕੋਈ ਕਣਕਾ ਮਿਲ ਜੇ ਨਾ ਅੰਦਰ ਵਸਾ ਕੇ ਰੱਖੀਦਾ, ਰੌਲਾ ਨਹੀਂ ਪਾਈਦਾ ਹੁੰਦਾ। ਕਹੋ ਸਤਨਾਮ ਸਿੰਘ। ਇਸ ਕਰਕੇ ਨਾਨਕ ਉਹ ਪਰਮੇਸ਼ਰ ਦਾ ਦਾਤਾ ਦਿੰਦਾ ਤੈਨੂੰ, ਪਰ ਤੂੰ ਹਿਰਦੇ ਵਿੱਚ ਸੰਭਾਲ ਕੇ ਰੱਖ। ਗੁਰੂ ਕਿਰਪਾ ਕਰੇ ਸਾਨੂੰ ਵੀ ਇਸੇ ਤਰ੍ਹਾਂ ਸਤਿਗੁਰੂ ਚਰਨਾਂ ਨਾਲ ਜੋੜ ਲਵੇ। ਅੱਜ ਦਾ ਫਰਮਾਨ ਵੀ ਹੈ, ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਮਨ ਤਾਂ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਤੇ ਬਾਬਾ ਜੀ ਕਹਿੰਦੇ, ਇਹ ਆ ਰਸ ਮੈਂ ਮਗਨ ਹੋਤ ਕਿਰਪਾ ਤੇ। ਸਿੱਖਾ ਜੀ ਇਹ ਰਸ ਲੈਣਾ ਹੈ ਨਾ ਤੇ ਫਿਰ ਗੁਰੂ ਦੀ ਕਿਰਪਾ ਲੈ ਲਾ। ਇਹ ਆ ਰਸ ਮੈਂ ਮਗਨ ਹੋਤ ਕਿਰਪਾ ਤੇ, ਮਹਾ ਵਿਖਿਆ ਤੇ ਤੋਰ। ਵਿਸ਼ੇ ਵਿਕਾਰਾਂ ਨਾਲ ਧਿਆਨ ਤੋੜ ਕੇ ਗੁਰੂ ਚਰਨਾਂ ਵਿੱਚ ਜੋੜ ਲਾ, ਜੇ ਤੂੰ ਜੁੜਨਾ ਚਾਹੁੰਦਾ। ਨਾਨਕ ਸ਼ਰਨ ਤੁਹਾਰੀ ਆਏ। ਇਹ ਨਾਨਕ ਵੀ ਤੇਰੀ ਸ਼ਰਨ ਵਿੱਚ ਆ ਗਿਆ ਹੈ, ਮੇਰੇ ਵੀ ਬੰਧਨ ਤੋੜ ਦੇ। ਗੁਰੂ ਕਿਰਪਾ ਕਰਨ ਸਾਡੇ ਬੰਧਨ ਟੁੱਟ ਜਾਣ, ਆਪਾਂ ਨੂੰ ਚਰਨਾਂ ਨਾਲ ਜੋੜ ਲੈਣ ਔਰ ਆਪਣਾ ਵੀ ਜੀਵਨ ਸਫਲਾ ਹੋ ਜਾਵੇ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਅਵਰ ਕਾਜ ਤ੍ਰਿਕਿਤੈ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ। ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਾਜ਼ਰੀਆਂ ਲਵਾਈਆਂ। ਆਓ ਵਿਚਾਰਾਂ ਨੂੰ ਇੱਥੇ ਹੀ ਰੋਕਦੇ ਹਾਂ। ਅਗਲਾ ਸ਼ਬਦ ਆਰੰਭ ਹੁੰਦਾ ਹੈ ਪੰਜਵੇਂ ਪਾਤਸ਼ਾਹ ਜੀ ਦਾ, ਇਹ ਆਪਾਂ ਕੱਲ੍ਹ ਨੂੰ ਸ਼ੁਰੂ ਕਰਾਂਗੇ। ਸ਼੍ਰੀ ਰਾਗ ਮਹੱਲਾ ਪੰਜਵਾ। ਪੈ ਪਾਏ ਮਨਾਈ ਸੋਏ ਜੀਓ। ਪੈਰੀ ਪੈ ਪੈ ਕਹੇ ਗੁਰੂ ਨੂੰ ਮਨਾਉਣਾ। ਕਿਵੇਂ ਮਨਾਉਣਾ ਇਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਵਿਚਾਰਾਂ ਇੱਥੇ ਰੋਕਦੇ ਹਾਂ। ਬੋਲਦਿਆਂ ਨੇ ਕਾ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਬੁਲਾ ਫਤਿਹ ਪਾ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।